Good morning students. I hope you are doing your best students. ਪਿਆਰੇ ਬੱਚਿਓ, be blessed always. Students, ਹੁਣ ਅਸੀਂ ਜੁਲਾਈ ਤੇ ਅਗਸਤ ਦੇ ਸਿਲੇਬਸ ਤੇ ਫੋਕਸ ਹਾਂ ਤੇ ਸਾਡਾ ਅੱਜ ਦਾ ਮੇਨ ਟੌਪਿਕ ਹੈ ਇਨਫਲੂਐਂਸਿਸ ਓਵਰ ਆਈਡੀਆਜ਼ ਆਫ ਗਾਂਧੀ ਜੀ। ਗਾਂਧੀ ਜੀ ਦੇ ਵਿਚਾਰਾਂ ਤੇ ਪ੍ਰਭਾਵ। ਭਾਗ ਫਸਟ ਕਰਾਂਗੇ ਅੱਜ ਅਸੀਂ ਬੱਚਿਓ। ਗਾਂਧੀ ਜੀ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਸ਼ਾਇਰ ਹੈ। ਉਹਨਾਂ ਨੇ ਬੱਚਿਓ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਹੈ। ਹਰ ਸਾਲ ਅਸੀਂ 2 ਅਕਤੂਬਰ ਨੂੰ ਉਹਨਾਂ ਦਾ ਜਨਮ ਦਿਵਸ ਮਨਾਉਂਦੇ ਹਾਂ। ਸੋ ਸਾਡਾ ਅੱਜ ਦਾ ਬੱਚਿਓ ਮੇਨ ਟੌਪਿਕ ਹੈ ਗਾਂਧੀ ਜੀ ਦੀ ਪਰਸਨੈਲਿਟੀ ਬਾਰੇ ਜਾਣਨਾ ਤੇ ਗਾਂਧੀ ਜੀ ਦੇ ਵਿਚਾਰਾਂ ਨੂੰ ਕਿਹੜੇ-ਕਿਹੜੇ ਵਿਦਵਾਨਾਂ ਤੇ ਗ੍ਰੰਥਾਂ ਨੇ ਪ੍ਰਭਾਵਿਤ ਕੀਤਾ। ਸਟੂਡੈਂਟਸ, ਚਲੋ ਹੁਣ ਟੌਪਿਕ ਵੱਲ ਵਧਦੇ ਹਾਂ ਕਿ ਗਾਂਧੀ ਜੀ ਦੇ ਵਿਚਾਰਾਂ ਤੇ ਕਿਸ-ਕਿਸ ਦਾ ਪ੍ਰਭਾਵ ਪਿਆ। ਇੰਟਰੋਡਕਸ਼ਨ, ਭੂਮਿਕਾ। ਸਟੂਡੈਂਟਸ, ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ 1869, 2 ਅਕਤੂਬਰ 1869 ਨੂੰ ਪੋਰਬੰਦਰ, ਜੋ ਕਿ ਗੁਜਰਾਤ ਵਿੱਚ ਹੈ, ਉੱਥੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਕਰਮਚੰਦ, ਉਹਨਾਂ ਦੇ ਮਾਤਾ ਜੀ ਦਾ ਨਾਮ ਪੁਤਲੀ ਬਾਈ ਤੇ ਉਹਨਾਂ ਦੀ ਪਤਨੀ ਕਸਤੂਰਬਾ ਹੈ। ਸਟੂਡੈਂਟਸ, ਉਹਨਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਸੀ। ਸੋ ਪੇਸ਼ੇ ਵਜੋਂ ਉਹ ਇੱਕ ਵਕੀਲ ਸਨ, ਲਾਇਰ ਸਨ ਤੇ ਉਹਨਾਂ ਨੇ ਆਪਣੀ ਵਕਾਲਤ ਬੰਬੇ ਵਿੱਚ ਸਟਾਰਟ ਕੀਤੀ, ਪਰ ਉਹਨਾਂ ਨੂੰ ਬੱਚਿਓ ਉਹਦੇ ਵਿੱਚ ਬਹੁਤ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਤੇ ਉਹ ਆਪਣੇ ਪ੍ਰੋਫੈਸ਼ਨ ਨੂੰ ਛੱਡ ਕੇ ਤੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਤਨ ਮਨ ਦੇ ਨਾਲ ਜੁਟ ਗਏ। ਸਟੂਡੈਂਟਸ, ਉਹਨਾਂ ਦੀ ਆਟੋਬਾਇਓਗ੍ਰਾਫੀ ਵੀ ਹੈ, ਜਿਸ ਨੂੰ ਪੰਜਾਬੀ 'ਚ ਆਪਾਂ ਸਵੈ ਜੀਵਨੀ ਕਹਿੰਦੇ ਹਾਂ, ਜਿਸ ਦੇ ਆਪਣੀ ਉਹਨਾਂ ਨੇ ਆਤਮ ਕਥਾ ਲਿਖੀ ਹੈ ਤੇ ਉਸ ਦਾ ਨਾਮ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੁਥ, ਮੇਰੇ ਸੱਚ ਨਾਲ ਤਜਰਬੇ। ਸਟੂਡੈਂਟਸ, ਇਹਦੇ ਵਿੱਚ ਉਹਨਾਂ ਨੇ ਆਪਣੀ ਹਰ ਘਟਨਾ, ਚਾਹੇ ਉਹ ਮਾੜੀ ਹੈ ਜਾਂ ਚੰਗੀ ਹੈ, ਉਸ ਨੂੰ ਪੂਰੀ ਤਰ੍ਹਾਂ ਬਿਆਨ ਕੀਤਾ ਹੈ। ਕਿਉਂਕਿ ਮੈਂ ਖੁਦ ਵੀ ਉਹਨਾਂ ਦੀ ਆਟੋਬਾਇਓਗ੍ਰਾਫੀ ਪੜ੍ਹੀ ਹੈ, ਮੈਂ ਵੀ ਉਹਨਾਂ ਦੀ ਪਰਸਨੈਲਿਟੀ ਨੂੰ ਜਾਣਨਾ ਚਾਹੁੰਦੀ ਸੀ। ਸੋ ਸਟੂਡੈਂਟਸ, ਇਹ ਨਾਮ ਯਾਦ ਰੱਖ ਲੈਣਾ, ਆਟੋਬਾਇਓਗ੍ਰਾਫੀ, ਇਨ ਇੰਗਲਿਸ਼ ਮਾਈ ਐਕਸਪੈਰੀਮੈਂਟਸ ਵਿਦ ਟਰੁਥ, ਪੰਜਾਬੀ 'ਚ ਮੇਰੇ ਸੱਚ ਨਾਲ ਤਜਰਬੇ। 30 ਜਨਵਰੀ 1948 ਨੂੰ ਨੱਥੂ ਰਾਮ ਗੋਡਸੇ ਨੇ ਗਾਂਧੀ ਜੀ ਨੂੰ ਸ਼ਹੀਦ ਕਰ ਦਿੱਤਾ। ਸੋ ਸਟੂਡੈਂਟਸ, ਇਹ ਤੇ ਤੁਹਾਨੂੰ ਇੱਕ ਨੰਬਰ ਦਾ ਕੁਐਸਚਨ ਆ ਸਕਦਾ ਹੈ, ਬਹੁਤ ਹੀ ਸਿੰਪਲ ਹੈ, ਯਾਦ ਰੱਖ ਲਿਓ ਬੱਚਿਓ। ਅੱਗੇ ਵਧਦੇ ਹਾਂ। ਮਹਾਤਮਾ ਗਾਂਧੀ। ਸਟੂਡੈਂਟਸ, ਹੈ ਤੁਸੀਂ ਪਿਕ ਦੇਖ ਰਹੇ ਹੋ ਮਹਾਤਮਾ ਗਾਂਧੀ ਦੀ, ਤੇ ਬੜੇ ਦੁਬਲੇ ਪਤਲੇ ਨਜ਼ਰ ਆਉਂਦੇ ਹਨ। ਪਹਿਲਾਂ ਇਹਨਾਂ ਦਾ ਪਹਿਰਾਵਾ ਦੇਖੋ ਕਿ ਇਹਨਾਂ ਨੇ ਬਹੁਤ ਹੀ ਸਿੰਪਲ ਕੱਪੜੇ ਜਿਹੜੇ ਹਨ ਉਹ ਪਾਏ ਹੋਏ ਹਨ। ਸੋ ਗਾਂਧੀ ਜੀ ਬੜੇ ਹੀ ਆਦਰਸ਼ਵਾਦੀ ਵਿਚਾਰਾਂ ਦੇ ਰਹੇ ਹਨ ਤੇ ਉਹਨਾਂ ਦਾ ਇੱਕੋ ਹੀ ਮੈਸੇਜ ਰਿਹਾ ਹੈ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਔਰ ਉਹਨਾਂ ਨੇ ਇਸ ਵੈਲਿਊ ਨੂੰ ਜ਼ਿੰਦਗੀ ਭਰ ਆਪਣੇ ਲਾਈਫ ਦੇ ਵਿੱਚ ਬੱਚਿਓ ਨਿਭਾਇਆ ਹੈ। ਔਰ ਦੇਖੋ, ਦੂਜੇ ਉਹ ਬਹੁਤ ਸਰੀਰਕ ਬਲ ਦੇ ਤੌਰ ਤੇ ਉਹ ਬੜੇ ਦੁਬਲੇ ਪਤਲੇ ਨਜ਼ਰ ਆਉਂਦੇ ਹਨ, ਬਟ ਉਹ ਆਤਮਿਕ ਲੈਵਲ ਤੇ ਉਹਨਾਂ ਦਾ ਆਤਮਿਕ ਬਲ ਜਿਹੜਾ ਸੀਗਾ ਉਹਦੇ 'ਚ ਉਹ ਬਹੁਤ ਬਲਵਾਨ ਸੀ। ਇਸ ਲਈ ਬੱਚਿਓ ਉਹਨਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਸ਼ਾਇਰ ਹੈ। ਸਟੂਡੈਂਟਸ, ਅੱਗੇ ਵਧਦੇ ਹਾਂ। ਗਾਂਧੀ ਜੀ ਇੱਕ ਦਾਰਸ਼ਨਿਕ ਬਿਰਤੀ ਦੇ ਲੋਕ ਉਹ ਹੁੰਦੇ ਹਨ ਜਿਹੜੇ ਹਰ ਚੀਜ਼ ਨੂੰ ਬੜਾ ਡੂੰਘਾ ਅਧਿਐਨ ਕਰਦੇ ਹਨ, ਦੇਖਦੇ ਹਨ, ਪਰਖਦੇ ਹਨ ਤੇ ਜੀਵਨ 'ਚ ਲਾਗੂ ਕਰਦੇ ਹਨ। ਸੋ ਸਟੂਡੈਂਟਸ, ਗਾਂਧੀ ਜੀ ਦਾਰਸ਼ਨਿਕ ਸੀ, ਉਹ ਇੱਕ ਸਮਾਜ ਸੁਧਾਰਕ ਸੀ। ਉਹਨਾਂ ਨੇ ਹਮੇਸ਼ਾ ਹੀ ਜਿੰਨੇ ਵੀ ਕੰਮ ਕੀਤੇ ਆਪਣੇ ਲਾਈਫ ਦੇ ਵਿੱਚ ਉਹ ਸਾਰੇ ਸਮਾਜਿਕ ਭਲਾਈ ਨੂੰ ਮੁੱਖ ਰੱਖ ਕੇ ਕੀਤੇ। ਉਹ ਇੱਕ ਕ੍ਰਾਂਤੀਕਾਰੀ ਸਨ। ਉਹਨਾਂ ਨੇ ਸਮਾਜ ਦੇ ਲੋਕਾਂ ਨੂੰ ਨਵੇਂ ਰਸਤੇ ਦਿਖਾਏ। ਕ੍ਰਾਂਤੀਕਾਰੀ ਕੌਣ ਹੁੰਦੇ ਹਨ? ਜੋ ਸਮਾਜ ਦੇ ਲੋਕਾਂ ਨੂੰ ਨਵੇਂ ਰਾਹਾਂ ਤੇ ਲੈ ਕੇ ਤੁਰਦੇ ਹਨ, ਉਹਨਾਂ ਨੂੰ ਲੀਡ ਕਰਦੇ ਹਨ। ਐਂਡ ਉਹ ਇੱਕ ਮਾਰਗਦਰਸ਼ਕ ਸਨ, ਲੋਕਾਂ ਨੂੰ ਮਾਰਗਦਰਸ਼ਨ ਕਰਵਾਉਣ ਵਾਲੇ ਸਨ। ਇਨ ਇੰਗਲਿਸ਼ ਟੂ ਹੀ ਇਜ਼ ਏ ਫਿਲਾਸਫਰ। ਉਹ ਇੱਕ ਫਿਲਾਸਫਰ ਸਨ, ਸੋਸ਼ਲਿਸਟ, ਰਿਫਾਰਮਰ, ਰੈਵੋਲੂਸ਼ਨਰੀ ਐਂਡ the best one is friend of downtrodden। ਲਤਾੜੇ ਹੋਏ ਲੋਕਾਂ ਦੇ ਗਾਂਧੀ ਜੀ ਫਿਲਾਸਫਰ, ਸੋਸ਼ਲ ਰਿਫਾਰਮਰ, ਰੈਵੋਲੂਸ਼ਨਰੀ ਹੁੰਦਿਆਂ ਹੋਇਆਂ ਉਹ ਲਤਾੜੇ ਹੋਏ ਲੋਕਾਂ ਦੇ ਦੋਸਤ ਬਣੇ। ਜਦੋਂ ਸਟੂਡੈਂਟਸ ਉਹਨਾਂ ਨੇ ਦੇਖਿਆ ਕਿ ਜਿਹੜੇ ਪਛੜੇ ਵਰਗ ਦੇ ਲੋਕ ਹਨ
ਇਹਨਾਂ ਨੂੰ ਉਹ ਰਿਸਪੈਕਟ ਨਹੀਂ ਹੈ, ਉਹ ਸਮਾਨਤਾ ਨਹੀਂ ਹੈ, ਤਾਂ ਉਹਨਾਂ ਨੇ ਉਹਨਾਂ ਨੂੰ ਰਿਸਪੈਕਟ ਦੇਣ ਲਈ ਉਹਨਾਂ ਨੂੰ ਹਰੀਜਨ ਕਿਹਾ। ਹਰੀ ਮੀਨਸ ਪਰਮਾਤਮਾ, ਜਨ ਮੀਨਸ ਭਗਤ। ਸੋ ਗਾਂਧੀ ਜੀ ਗਰੀਬਾਂ ਦੇ, ਪਛੜੇ ਵਰਗ ਦੇ ਲੋਕਾਂ ਦੇ ਦੋਸਤ ਬਣੇ ਤੇ ਉਹਨਾਂ ਨੂੰ ਹਰੀਜਨ ਦੇ ਨਾਂ ਦੇ ਨਾਲ ਬੱਚਿਓ ਉਹਨਾਂ ਨੇ ਪੁਕਾਰਿਆ। 1893 to 1914 ਤੱਕ, 1893 ਤੋਂ 1914 ਤੱਕ ਗਾਂਧੀ ਜੀ ਦੱਖਣੀ ਅਫਰੀਕਾ ਵਿੱਚ ਭਾਰਤੀਆਂ ਦੇ ਹਿੱਤਾਂ ਲਈ ਉਹਨਾਂ ਨੇ ਸੰਘਰਸ਼ ਕੀਤਾ। ਜਦੋਂ ਉਹਨਾਂ ਨੇ ਉੱਥੇ ਵੇਖਿਆ ਤੇ ਇੱਥੇ ਨਸਲ ਭੇਦ ਬਹੁਤ ਕੀਤਾ ਜਾਂਦਾ ਹੈ ਔਰ ਭਾਰਤੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ, ਤਾਂ ਗਾਂਧੀ ਜੀ ਉਸ ਸੰਘਰਸ਼ ਵਿੱਚ ਜੁਟ ਪਏ ਤੇ ਉਹ ਕਾਮਯਾਬ ਵੀ ਹੋਏ। ਉਹਨਾਂ ਨੇ ਭਾਰਤੀਆਂ ਲਈ ਵੋਟ ਦਾ ਹੱਕ ਉੱਥੇ ਮੰਗਿਆ। ਅੱਗੇ ਵਧਦੇ ਹਨ। ਦੈਨ ਉਹ ਕਦੋਂ ਵਾਪਸ ਆਏ? ਉਹ 1915 ਮਤਲਬ 1915 ਨੂੰ ਭਾਰਤ ਸ਼੍ਰੀ ਬਾਲ ਗੰਗਾਧਰ ਤਿਲਕ ਦੇ, ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਕਹਿਣ ਤੇ ਬੱਚਿਓ ਉਹ ਵਾਪਸ ਆ ਗਏ। ਰਵਿੰਦਰਨਾਥ ਟੈਗੋਰ ਨੇ ਗਾਂਧੀ ਜੀ ਨੂੰ ਮਹਾਤਮਾ ਦਾ ਦਰਜਾ ਦਿੱਤਾ ਹੈ ਐਂਡ ਸੁਭਾਸ਼ ਚੰਦਰ ਬੋਸ ਜੀ ਨੇ ਗਾਂਧੀ ਜੀ ਨੂੰ ਰਾਸ਼ਟਰਪਿਤਾ ਦਾ ਦਰਜਾ ਦਿੱਤਾ ਹੈ। ਸਟੂਡੈਂਟਸ, ਇਹਦੇ ਚੋਂ ਤੁਹਾਨੂੰ ਇੱਕ ਨੰਬਰ ਦਾ ਕੁਐਸਚਨ ਆ ਜਾਂਦਾ ਹੈ। ਸੋ ਬੱਚਿਓ ਪਲੀਜ਼ ਆਪਣੀ ਕਾਪੀ ਪੈਨ ਨਾਲ ਰੱਖਣਾ ਹੈ ਔਰ ਨਾਲ ਨੋਟ ਕਰਦੇ ਜਾਣਾ ਹੈ। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਹੀ ਹਾਂ ਕਿ ਗਾਂਧੀ ਜੀ ਇੱਕ ਦਾਰਸ਼ਨਿਕ, ਸਮਾਜ ਸੁਧਾਰਕ, ਕ੍ਰਾਂਤੀਕਾਰੀ ਤੇ ਮਾਰਗਦਰਸ਼ਕ ਸਨ ਐਂਡ ਦਾ ਬੈਸਟ ਵਨ, ਹੀ ਇਜ਼ ਏ ਫਰੈਂਡ ਆਫ ਡਾਊਨ ਟ੍ਰੋਡਨ। ਪਛੜੇ ਹੋਏ ਲੋਕਾਂ ਦੇ ਉਹ ਸਾਥੀ ਬਣੇ, ਦੋਸਤ ਬਣੇ ਤੇ ਉਹਨਾਂ ਨੂੰ ਰਿਸਪੈਕਟ ਦਿੱਤੀ। 1893 ਤੋਂ 1914 ਤੱਕ ਗਾਂਧੀ ਜੀ ਦੱਖਣੀ ਅਫਰੀਕਾ 'ਚ ਗਏ। ਕਿਉਂ ਗਏ? ਉਹ ਭਾਰਤੀਆਂ ਦੇ ਹਿੱਤਾਂ ਲਈ ਉੱਥੇ ਉਹਨਾਂ ਨੇ ਸੰਘਰਸ਼ ਕੀਤਾ, ਉੱਥੇ ਨਸਲੀ ਭੇਦ ਦੇਖਿਆ, ਉਹਦੇ ਵਿਰੁੱਧ ਉਹਨਾਂ ਨੇ ਲੜਾਈ ਕੀਤੀ ਤੇ ਭਾਰਤੀਆਂ ਨੂੰ ਵੋਟ ਦਾ ਹੱਕ ਪ੍ਰਾਪਤ ਕਰਨ ਵਿੱਚ ਉਹ ਕਾਮਯਾਬ ਹੋਏ। ਔਰ 1915 ਦੇ ਵਿੱਚ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਕਹਿਣ ਤੇ ਗਾਂਧੀ ਜੀ ਵਾਪਸ ਭਾਰਤ ਆ ਗਏ। ਰਵਿੰਦਰਨਾਥ ਟੈਗੋਰ ਨੇ ਗਾਂਧੀ ਜੀ ਨੂੰ ਮਹਾਤਮਾ ਦਾ ਦਰਜਾ ਦਿੱਤਾ ਹੈ ਤੇ ਸੁਭਾਸ਼ ਚੰਦਰ ਬੋਸ ਜੀ ਨੇ ਗਾਂਧੀ ਜੀ ਨੂੰ ਰਾਸ਼ਟਰਪਿਤਾ ਦਾ ਦਰਜਾ ਦਿੱਤਾ ਹੈ। ਆਈ ਹੋਪ ਕਿ ਬੱਚਿਓ ਤੁਸੀਂ ਇਹਨੂੰ ਯਾਦ ਰੱਖ ਲਓਗੇ। ਅੱਗੇ ਵਧਦੇ ਹਾਂ। ਮਹਾਤਮਾ ਗਾਂਧੀ ਐਰਾ, ਮਹਾਤਮਾ ਗਾਂਧੀ ਯੁੱਗ 1919 ਤੋਂ 1947 ਤੱਕ ਦੇ ਕਾਲ ਨੂੰ ਅਸੀਂ ਮਹਾਤਮਾ ਗਾਂਧੀ ਯੁੱਗ ਜਾਂ ਮਹਾਤਮਾ ਗਾਂਧੀ ਐਰਾ ਕਹਿੰਦੇ ਹਾਂ ਬੱਚਿਓ। ਕਿਉਂ ਕਹਿੰਦੇ ਹਾਂ? ਕਿਉਂਕਿ ਇਹਦੇ ਦਰਮਿਆਨ ਗਾਂਧੀ ਜੀ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਹਦੇ ਵਿੱਚ ਉਹਨਾਂ ਨੇ 4 ਅੰਦੋਲਨ ਜਿਹੜੇ ਸੀ ਭਾਰਤ ਦੀ ਆਜ਼ਾਦੀ ਪ੍ਰਾਪਤੀ ਲਈ ਚਲਾਏ। ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਅਸਹਿਯੋਗ ਅੰਦੋਲਨ, ਨਾਨ ਕੋਆਪਰੇਸ਼ਨ ਮੂਵਮੈਂਟ ਚਲਾਈ 1920 ਤੋਂ 1922 ਤੱਕ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਨਾਲ ਬਿਲਕੁਲ ਕੋਆਪਰੇਟ ਨਾ ਕਰੋ ਤਾਂ ਕਿ ਸਾਡਾ ਦੇਸ਼ ਛੱਡ ਜਾਣ। ਫਿਰ ਉਹਨਾਂ ਨੇ ਸਿਵਲ ਨਾਫਰਮਾਨੀ ਅੰਦੋਲਨ ਚਲਾਇਆ, ਸਿਵਲ ਡਿਸਓਬੀਡੀਐਂਸ 1930 ਤੋਂ 1934 ਤੱਕ ਚਲਾਇਆ ਕਿ ਜਿਹਦੇ 'ਚ ਉਹਨਾਂ ਨੇ ਲੋਕਾਂ ਨੂੰ ਕਿਹਾ, ਆਵਾਮ ਨੂੰ ਮੈਸੇਜ ਦਿੱਤਾ ਕਿ ਅੰਗਰੇਜ਼ਾਂ ਦਾ ਜਿਹੜਾ ਕਾਨੂੰਨ ਹੈ ਇਸ ਨੂੰ ਨਾ ਮੰਨੋ ਤਾਂ ਕਿ ਸਾਡਾ ਦੇਸ਼ ਛੱਡ ਜਾਣ। ਦੈਨ ਵਿਅਕਤੀਗਤ ਸੱਤਿਆਗ੍ਰਹਿ, ਇੰਡੀਵਿਜੂਅਲ ਸੱਤਿਆਗ੍ਰਹਿ 1940 ਤੋਂ 1941 ਤੱਕ। ਸੱਤਿਆਗ੍ਰਹਿ ਮੀਨਸ ਸੱਚ ਤੇ ਦ੍ਰਿੜ ਰਹਿ ਕੇ ਉਹਨਾਂ ਨੇ ਸੱਤਿਆਗ੍ਰਹਿ ਮੂਵਮੈਂਟ ਚਲਾਈ। ਦੈਨ ਭਾਰਤ ਛੱਡੋ ਅੰਦੋਲਨ, ਕੁਇਟ ਇੰਡੀਆ ਮੂਵਮੈਂਟ 1942 ਤੋਂ 1944 ਤੱਕ ਚਲਾਇਆ, ਜਿਸ 'ਚ ਉਹਨਾਂ ਗੋਰਿਆਂ ਨੂੰ, ਅੰਗਰੇਜ਼ਾਂ ਨੂੰ ਮੈਸੇਜ ਦਿੱਤਾ ਕਿ ਕੁਇਟ ਦਾ ਇੰਡੀਆ, ਲੀਵ ਇੰਡੀਆ ਐਂਡ ਗੋ ਬੈਕ ਟੂ ਯੂਅਰ ਓਨ ਕੰਟਰੀ। ਸਟੂਡੈਂਟਸ, ਸੋ ਇਸ ਤਰ੍ਹਾਂ ਉਹ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਉਹਨਾਂ ਨੇ ਇਹ 4 ਅੰਦੋਲਨ ਕੀਤੇ ਤੇ ਇਸ ਕਰਕੇ ਇਸ ਨੂੰ ਮਹਾਤਮਾ ਗਾਂਧੀ ਯੁੱਗ, ਜਿਹੜਾ 1919 ਤੋਂ 1947 ਤੱਕ ਦੇ ਯੁੱਗ ਨੂੰ ਅਸੀਂ ਗਾਂਧੀ ਐਰਾ ਜਾਂ ਮਹਾਤਮਾ ਗਾਂਧੀ ਯੁੱਗ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਸਟੂਡੈਂਟਸ ਨੋਟ ਕਰ ਲੈਣਾ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸਟੂਡੈਂਟਸ, ਵੈਰੀ ਸਿੰਪਲ ਐਂਡ ਇੰਟਰਸਟਿੰਗ ਚੈਪਟਰ ਹੈ। ਅੱਗੇ ਵਧਦੇ ਹਾਂ। ਹੁਣ ਬੱਚਿਓ ਸਾਡਾ ਅੱਜ ਦਾ ਮੇਨ ਫੋਕਸ ਹੈ ਕਿ ਗਾਂਧੀ ਜੀ ਦੇ ਵਿਚਾਰਾਂ ਤੇ ਕਿਸ ਕਿਸ ਦਾ ਪ੍ਰਭਾਵ ਪਿਆ। ਸਟੂਡੈਂਟ, ਸਭ ਤੋਂ ਪਹਿਲਾਂ ਜਦੋਂ ਬੱਚਾ ਘਰ 'ਚ ਹੁੰਦਾ ਹੈ ਤੇ ਉਹਦਾ ਪਹਿਲਾ ਸਕੂਲ ਉਸਦੀ ਮਾਤਾ ਹੁੰਦੀ, ਉਸਦੀ ਮਦਰ ਹੁੰਦੀ ਹੈ। ਸੋ ਗਾਂਧੀ ਜੀ ਦੇ ਵਿਚਾਰਾਂ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਮਾਤਾ ਜੀ ਦਾ ਪ੍ਰਭਾਵ ਜਿਹੜਾ ਹੈ ਉਹ ਸਾਨੂੰ ਨਜ਼ਰ ਆਉਂਦਾ ਹੈ, ਕਿਉਂਕਿ ਉਹਨਾਂ ਦੇ ਮਦਰ ਬਹੁਤ ਹੀ ਧਾਰਮਿਕ ਬਿਰਤੀ ਦੇ ਸਨ ਤੇ ਅਵਸ਼ ਹੀ ਉਹਨਾਂ ਦਾ ਪ੍ਰਭਾਵ ਜਿਹੜਾ ਹੈ ਉਹ ਮਹਾਤਮਾ ਗਾਂਧੀ ਜੀ ਦੀ ਪਰਸਨੈਲਿਟੀ ਤੇ ਪਿਆ। ਹੁਣ ਅੱਗੇ ਵਧਦੇ ਹਾਂ ਕਿ ਗਾਂਧੀ ਜੀ ਦੇ ਵਿਚਾਰਾਂ ਤੇ ਪ੍ਰਭਾਵ, ਇਨਫਲੂਐਂਸ ਆਫ ਭਗਵਤ ਗੀਤਾ, ਭਗਵਤ ਗੀਤਾ ਦਾ ਪ੍ਰਭਾਵ। ਗਾਂਧੀ ਜੀ ਦੇ ਵਿਚਾਰਾਂ ਤੇ ਸਭ ਤੋਂ ਪਹਿਲਾਂ
ਭਗਵਤ ਗੀਤਾ ਦਾ ਪ੍ਰਭਾਵ ਜਿਹੜਾ ਹੈ ਉਸ ਨੂੰ ਆਪਾਂ ਡਿਸਕਸ ਕਰਦੇ ਹਾਂ। ਭਗਵਤ ਗੀਤਾ ਕੀ ਹੈ? ਇਹ ਇੱਕ ਧਾਰਮਿਕ ਗ੍ਰੰਥ ਹੈ ਜਿਸ ਦੇ ਵਿੱਚ ਮਹਾਭਾਰਤ ਦੇ ਯੁੱਧ ਵਿੱਚ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਦਿੰਦੇ ਹਨ। ਤੁਸੀਂ ਅੱਜ ਕੱਲ੍ਹ ਟੀਵੀ ਤੇ ਵੀ ਬੱਚਿਓ ਮਹਾਭਾਰਤ ਆ ਰਿਹਾ ਹੈ ਤੇ ਤੁਸੀਂ ਬਾਅਦ ਚ ਦੇਖਦੇ ਹੋ ਕਿ ਕ੍ਰਿਸ਼ਨ ਜੀ ਅਰਜਨ ਨੂੰ ਕੀ ਉਪਦੇਸ਼ ਕਰਦੇ ਹਨ। ਸੋ 1889 ਵਿੱਚ ਗੀਤਾ ਦਾ ਅਧਿਐਨ ਗਾਂਧੀ ਜੀ ਨੇ 1889 ਚ ਗੀਤਾ ਦਾ ਅਧਿਐਨ ਕੀਤਾ। ਅਧਿਐਨ ਐਨਾਲਿਸਿਸ ਕਰਨਾ ਮੀਨਸ ਕਿਸੇ ਵੀ ਸਬਜੈਕਟ ਨੂੰ ਬਹੁਤ ਡੂੰਘਾ ਵਿਚਾਰਨਾ, ਬਹੁਤ ਡੂੰਘਾ ਉਹਦੇ ਵਿੱਚ ਉਤਰਨਾ, ਵਿਚਾਰਨਾ ਤੇ ਅਪਲਾਈ ਕਰਨਾ। ਸੋ ਜਦੋਂ ਉਹਨਾਂ ਨੇ ਗੀਤਾ ਦਾ ਅਧਿਐਨ ਕੀਤਾ ਤਾਂ ਉਹਨਾਂ ਨੇ ਇਹਨੂੰ ਕਬੂਲ ਕੀਤਾ ਕਿ ਗੀਤਾ ਦੇ ਅਧਿਐਨ ਨੇ ਗਾਂਧੀ ਜੀ ਨੂੰ ਸੱਚ, ਨਿਡਰਤਾ, ਸੰਤੋਖ ਦਾ ਗਿਆਨ ਕਰਾਇਆ ਤੇ ਉਹ ਗੀਤਾ ਦੇ ਅਧਿਐਨ ਤੋਂ ਬਾਅਦ, ਉਹਦੇ ਐਨਾਲਿਸਿਸ ਤੋਂ ਬਾਅਦ ਉਹ ਨਿਡਰ ਹੋ ਗਏ, ਸੰਤੋਖੀ ਹੋ ਗਏ ਤੇ ਸੱਚ ਤੇ ਦ੍ਰਿੜ ਹੋ ਗਏ ਤੇ ਉਹ ਇੱਕ ਕਰਮਯੋਗੀ ਬਣ ਗਏ। ਸਟੂਡੈਂਟਸ, ਕਰਮਯੋਗੀ ਕੌਣ ਹੁੰਦੇ ਹਨ? ਜੋ ਚੰਗੇ ਕੰਮ ਕਰਦੇ ਹਨ ਪਰ ਉਸ ਦੇ ਪਿੱਛੇ ਫਲ ਦੀ ਇੱਛਾ ਨਹੀਂ ਰੱਖਦੇ, ਫਲ ਵਾਸਤੇ ਨਹੀਂ ਕਰਦੇ, ਬਲਕਿ ਉਂਝ ਹੀ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ ਸਮਾਜ ਲਈ ਚੰਗੇ ਤੇ ਉੱਚੇ ਕੰਮ ਕਰਨੇ। ਸੋ ਉਹਨਾਂ ਨੇ ਕਿਹਾ ਕਿ ਗਾਂਧੀ ਜੀ ਨੇ ਕਿਹਾ ਕਿ ਗੀਤਾ ਦੇ ਅਧਿਐਨ ਨੇ ਉਹਨਾਂ ਨੂੰ ਕਰਮਯੋਗੀ ਬਣਾ ਦਿੱਤਾ। ਸੋ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਵੀ ਉਦਾਸ ਹੋਇਆ, ਮੈਂ ਜਦੋਂ ਵੀ ਡਿਪਰੈਸ ਹੋਇਆ ਤਾਂ ਮੈਂ ਗੀਤਾ ਦਾ ਪਾਠ ਕੀਤਾ ਤੇ ਉਸਨੇ ਮੈਨੂੰ ਸ਼ਾਂਤ ਕਰ ਦਿੱਤਾ ਔਰ ਉਹ ਅਖੀਰ ਤੱਕ ਗੀਤਾ ਦੇ ਉਪਦੇਸ਼ ਜਿਹੜੇ ਹਨ, ਗੀਤਾ ਦਾ ਪਾਠ ਉਹ ਕਰਦੇ ਰਹੇ। ਸਟੂਡੈਂਟਸ, ਇੱਥੇ ਤੁਹਾਨੂੰ 2 ਨੰਬਰ ਦਾ ਕੁਐਸਚਨ ਆ ਸਕਦਾ ਹੈ ਕਿ ਭਗਵਤ ਗੀਤਾ ਨੇ ਗਾਂਧੀ ਜੀ ਦੇ ਉੱਤੇ ਕੀ ਪ੍ਰਭਾਵ ਪਾਇਆ। ਆਈ ਹੋਪ ਕਿ ਤੁਸੀਂ ਲਿਖ ਸਕਦੇ ਹੋ। ਅੱਗੇ ਵਧਦੇ ਹਾਂ। ਇਨਫਲੂਐਂਸ ਆਫ ਬੁੱਧਿਜ਼ਮ ਐਂਡ ਜੈਨਿਜ਼ਮ, ਬੁੱਧ ਅਤੇ ਜੈਨ ਧਰਮ ਦਾ ਪ੍ਰਭਾਵ। ਸਟੂਡੈਂਟਸ, ਜਿਹੜਾ ਗਾਂਧੀ ਜੀ ਦਾ ਜਨਮ ਹੈ ਉਹ ਗੁਜਰਾਤ ਵਿੱਚ ਹੋਇਆ ਤੇ ਗੁਜਰਾਤ ਵਿੱਚ ਬੁੱਧ ਤੇ ਜੈਨ ਧਰਮ ਬਹੁਤ ਪਾਪੂਲਰ ਸੀ। ਗਾਂਧੀ ਜੀ ਦੇ ਪਿਤਾ ਦਾ ਜੈਨੀ ਮੌਂਕਸ ਦੇ ਨਾਲ, ਜੈਨੀ ਜਿਹੜੇ ਮੁਨੀ ਸੀ ਉਹਨਾਂ ਦੇ ਨਾਲ ਮਿਲਦੇ ਸੀ ਔਰ ਇੱਕ ਜੈਨੀ ਬਿਵਾਰਚੀ ਜਿਹੜੇ ਸੀ ਉਹਨਾਂ ਦੇ ਘਰ ਵੀ ਆਉਂਦੇ ਜਾਂਦੇ ਸੀ। ਸੋ ਨੈਚੁਰਲੀ ਜਿਹੋ ਜਿਹਾ ਘਰ ਦਾ ਮਾਹੌਲ ਹੁੰਦਾ ਹੈ, ਜਿਸ ਤਰ੍ਹਾਂ ਦੀ ਉੱਥੇ ਗੱਲਬਾਤ ਹੁੰਦੀ ਹੈ, ਉਸ ਦਾ ਪ੍ਰਭਾਵ ਬੱਚੇ ਤੇ ਪੈਣਾ ਅਵਸ਼ ਹੀ ਹੈ। ਸੋ ਇਸ ਤਰ੍ਹਾਂ ਗਾਂਧੀ ਜੀ ਦੇ ਜੀਵਨ ਦੇ ਉੱਤੇ ਬੁੱਧ ਤੇ ਜੈਨ ਧਰਮ ਦਾ ਪ੍ਰਭਾਵ ਜਿਹੜਾ ਹੈ ਉਹ ਵੀ ਪਿਆ ਔਰ ਇਹ ਧਰਮ ਗੁਜਰਾਤ ਵਿੱਚ ਬਹੁਤ ਫੈਲਿਆ ਹੋਇਆ ਸੀ। ਤੇ ਜਦੋਂ ਬੁੱਧ ਤੇ ਜੈਨ ਧਰਮ ਦੇ ਪ੍ਰਭਾਵ ਦੇ ਹੇਠ ਗਾਂਧੀ ਜੀ ਆਏ ਤੇ ਉਹ ਪੂਰੀ ਤਰ੍ਹਾਂ ਅਹਿੰਸਾਵਾਦੀ ਬਣ ਗਏ। ਅਹਿੰਸਾ ਕੀ ਹੁੰਦੀ ਹੈ ਬੱਚਿਓ? ਨਾ ਬੁਰਾ ਸੋਚਣਾ, ਨਾ ਬੁਰਾ ਵਿਚਾਰਨਾ, ਨਾ ਬੁਰਾ ਕਰਨਾ ਤੇ ਨਾ ਹੀ ਕਿਸੇ ਨੂੰ ਦੁੱਖ ਪਹੁੰਚਾਉਣਾ। ਸੋ ਗਾਂਧੀ ਜੀ ਦੀ ਸਾਰੀ ਫਿਲਾਸਫੀ ਅਸੀਂ ਪੜ੍ਹਦੇ ਹਾਂ ਕਿ ਉਹ ਸੱਚ ਤੇ ਅਹਿੰਸਾ ਤੇ ਦ੍ਰਿੜ ਹੈ। ਇਸ ਤਰ੍ਹਾਂ ਬੁੱਧ ਤੇ ਜੈਨ ਧਰਮ ਦੇ ਪ੍ਰਭਾਵ ਹੇਠ ਕੇ ਗਾਂਧੀ ਜੀ ਅਹਿੰਸਾਵਾਦੀ ਵਿਚਾਰਾਂ ਦੇ ਵਿੱਚ ਦ੍ਰਿੜ ਹੋ ਗਏ ਤੇ ਇਸ ਤੇ ਉਹਨਾਂ ਨੇ ਸਾਰੀ ਲਾਈਫ 'ਚ ਪਹਿਰਾ ਵੀ ਦਿੱਤਾ। ਆਈ ਹੋਪ ਬੱਚਿਓ ਤੁਹਾਨੂੰ ਸਮਝ ਆਏਗਾ। ਇੱਥੇ ਵੀ 2 ਨੰਬਰ ਦਾ ਕੁਐਸਚਨ ਆਉਂਦਾ ਹੈ ਕਿ ਬੁੱਧ ਅਤੇ ਜੈਨ ਧਰਮ ਦਾ ਗਾਂਧੀ ਜੀ ਤੇ ਕੀ ਪ੍ਰਭਾਵ ਹੈ। ਉਹਨਾਂ ਨੂੰ ਤੁਸੀਂ ਲਿਖ ਸਕਦੇ ਹੋ ਕਿ ਬੁੱਧ ਤੇ ਜੈਨ ਧਰਮ ਦੇ ਪ੍ਰਭਾਵ ਕਾਰਨ ਗਾਂਧੀ ਜੀ ਅਹਿੰਸਾਵਾਦੀ ਹੋ ਗਏ ਤੇ ਉਹਨਾਂ ਨੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਉਹ ਅਹਿੰਸਾਵਾਦੀ ਹੀ ਰਹੇ। ਅੱਗੇ ਵਧਦੇ ਹਾਂ। ਇਨਫਲੂਐਂਸ ਆਫ ਬਾਈਬਲ, ਬਾਈਬਲ ਦਾ ਪ੍ਰਭਾਵ। ਸਟੂਡੈਂਟ, ਬਾਈਬਲ ਕ੍ਰਿਸਚੀਅਨ ਕਮਿਊਨਿਟੀ ਦਾ ਹੋਲੀ ਗ੍ਰੰਥ ਹੈ। ਸੋ ਗਾਂਧੀ ਜੀ ਨੇ ਬਾਈਬਲ ਦਾ ਵੀ ਅਧਿਐਨ ਕੀਤਾ। ਉਹਨਾਂ ਨੇ ਕਿਹਾ ਕਿ ਬਾਈਬਲ ਦੇ ਉਪਦੇਸ਼ ਪੜ੍ਹ ਕੇ ਉਹਨਾਂ ਦੀ ਜੀਵਨ ਸ਼ੈਲੀ 'ਚ ਚੇਂਜ ਆਈ। ਉਹਨਾਂ ਨੇ ਜਦੋਂ ਇਹਦੇ ਉਪਦੇਸ਼ ਪੜ੍ਹੇ ਕਿ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ, ਬੁਰੇ ਦਾ ਭਲਾ ਕਰੋ, ਸਰਾਫ ਦੇਣ ਵਾਲੇ ਨੂੰ ਅਸੀਸ ਦੇਹੋ, ਪੱਤ ਲਾਉਣ ਵਾਲੇ ਦੀ ਪ੍ਰਾਰਥਨਾ ਕਰੋ, ਇਹਨਾਂ ਸਾਰੇ ਉਪਦੇਸ਼ਾਂ ਨੇ, ਟੀਚਿੰਗਸ ਨੇ ਗਾਂਧੀ ਜੀ ਦੇ ਉੱਤੇ ਬਹੁਤ ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਉਹਨੂੰ ਇਨਫਲੂਐਂਸਡ ਕੀਤਾ, ਉਹਨੂੰ ਪ੍ਰਭਾਵਿਤ ਕੀਤਾ। ਸਟੂਡੈਂਟਸ, ਅਸੀਂ ਬਚਪਨ ਤੋਂ ਹੀ ਦੇਖਦੇ ਹੁੰਦੇ ਸੀ 3 ਮੰਕੀਜ਼ ਦੀ, 3 ਬੰਦਰਾਂ ਦੀ ਪਿਕਚਰ ਹੁੰਦੀ ਸੀ ਜਿਹਦੇ ਵਿੱਚ ਉਹ ਲਿਖਿਆ ਹੁੰਦਾ ਸੀਗਾ ਕਿ ਪਹਿਲੇ ਤੇ ਪਿਕਚਰ ਦੇ ਵਿੱਚ ਹੁੰਦਾ ਸੀਗਾ ਕਿ ਬੁਰਾ ਨਾ ਬੁਰਾ ਦੇਖੋ, ਨਾ ਹੀ ਬੁਰਾ ਸੁਣੋ ਤੇ ਨਾ ਹੀ ਬੁਰਾ ਬੋਲੋ। ਸੋ ਇਹ ਉਹਦੇ ਵਿੱਚ ਇੱਕ ਬੜਾ ਵੱਡਾ ਸਿੰਬੋਲਿਕ ਮੈਸੇਜ ਦਿੱਤਾ ਜਾਂਦਾ ਸੀ ਸਮਾਜ ਦੇ ਲੋਕਾਂ ਨੂੰ ਕਿ ਬਿਲਕੁਲ ਵੀ ਬੁਰਾ ਜਿਹੜਾ ਹੈ ਉਹ ਕਿਸੇ ਨਾਲ ਕਰਨਾ ਤੇ ਦੂਰ ਦੀ ਗੱਲ ਹੈ, ਬੁਰਾ ਵੇਖਣਾ ਵੀ ਨਹੀਂ ਹੈ, ਬੁਰਾ ਸੋਚਣਾ ਵੀ ਨਹੀਂ ਹੈ ਤੇ ਬੁਰਾ ਸੁਣਨਾ ਵੀ ਨਹੀਂ ਹੈ। ਬਹੁਤ ਹੀ ਡੂੰਘਾ ਉਹਦੇ 'ਚ ਮੈਸੇਜ ਸੀ। ਸੋ ਇਹ ਜਿਹੜਾ ਮੈਸੇਜ ਹੈ ਇਹ ਕਿੱਥੋਂ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬਾਈਬਲ ਦੇ ਅਧਿਐਨ ਤੋਂ ਬਾਅਦ
ਗਾਂਧੀ ਜੀ ਦੀ ਪਰਸਨੈਲਿਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੇਂਜਸ ਆਈਆਂ ਕਿ ਉਹਨਾਂ ਨੇ ਕਿਹਾ ਕਿ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੋ ਔਰ ਜਿਹੜਾ ਤੁਹਾਡੇ ਲਈ ਬੁਰਾ ਕਰਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ। ਸੋ ਇਸ ਤਰ੍ਹਾਂ ਗਾਂਧੀ ਜੀ ਦਾ ਜਿਹੜਾ ਇਹ ਉਪਦੇਸ਼ ਕਿ ਅਗਰ ਤੁਹਾਡੀ ਗੱਲ ਦੇ ਉੱਤੇ ਕੋਈ ਇੱਕ ਚਪੇੜ ਮਾਰਦਾ ਹੈ ਤਾਂ ਦੂਸਰੀ ਗੱਲ ਅੱਗੇ ਕਰ ਦਿਓ। ਸੋ ਇਹ ਵੀ ਜਿਹੜਾ ਪ੍ਰਭਾਵ ਹੈ ਇਹ ਬਾਈਬਲ ਦਾ ਹੀ ਉਹਨਾਂ ਦੇ ਉੱਤੇ, ਬਾਈਬਲ ਦੀਆਂ ਟੀਚਿੰਗਸ ਦਾ ਪ੍ਰਭਾਵ ਪਿਆ। ਸੋ ਫਾਰ ਦਾ ਇੰਗਲਿਸ਼ ਮੀਡੀਅਮ ਸਟੂਡੈਂਟਸ, ਦਾ ਟੀਚਿੰਗ ਆਫ ਬਾਈਬਲਸ ਨੇ ਕੀ ਸਿਖਾਇਆ ਗਾਂਧੀ ਜੀ ਨੂੰ? ਓਵਰਕਮ ਈਵਲ ਬਾਈ ਗੁੱਡ, ਬੁਰਾਈ ਦਾ ਮੁਕਾਬਲਾ ਭਲਾ ਕਰਕੇ ਕਰੋ। ਲਵ ਯੂਅਰ ਐਨੀਮੀਜ਼, ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ। ਬਲੈਸ ਦੈਮ ਦੈਟ ਕਰਸ, ਜਿਹੜੇ ਤੁਹਾਨੂੰ ਸਰਾਫ ਦਿੰਦੇ ਹਨ ਉਹਨਾਂ ਦੀ ਬਲੈਸ ਕਰੋ, ਪ੍ਰਾਰਥਨਾ ਕਰੋ। ਡੂ ਗੁੱਡ ਹੂ ਹੇਟ ਯੂ, ਜਿਹੜੇ ਨਫ਼ਰਤ ਕਰਦੇ ਹਨ ਉਹਨਾਂ ਦਾ ਭਲਾ ਕਰੋ। ਐਂਡ ਪ੍ਰੇ ਫਾਰ ਦੈਮ, ਤੇ ਉਹਨਾਂ ਲਈ ਪ੍ਰਾਰਥਨਾ ਕਰੋ। ਸੋ ਇਸ ਤਰ੍ਹਾਂ ਬਾਈਬਲ ਦਾ ਵੀ ਗਾਂਧੀ ਜੀ ਦੀ ਪਰਸਨੈਲਿਟੀ ਤੇ ਬਹੁਤ ਪ੍ਰਭਾਵ ਪਿਆ। ਆਈ ਹੋਪ ਕਿ ਬੱਚਿਓ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸੋ ਤੁਹਾਨੂੰ ਇੱਥੇ ਵੀ 2 ਨੰਬਰ ਦਾ ਕੁਐਸਚਨ ਆ ਸਕਦਾ ਹੈ ਕਿ ਬਾਈਬਲ ਨੇ ਗਾਂਧੀ ਜੀ ਦੀ ਪਰਸਨੈਲਿਟੀ ਤੇ ਕੀ ਪ੍ਰਭਾਵ ਪਾਇਆ। ਐਂਡ ਆਈ ਹੋਪ ਯੂ ਕੈਨ ਰਾਈਟ ਵੈਲ। ਅੱਗੇ ਵਧਦੇ ਹਾਂ ਸਟੂਡੈਂਟਸ। ਇਨਫਲੂਐਂਸ ਆਫ ਕੁਰਾਨ, ਕੁਰਾਨ ਦਾ ਪ੍ਰਭਾਵ। ਕੁਰਾਨ ਸ਼ਰੀਫ ਵੀ ਮੁਸਲਿਮ ਕਮਿਊਨਿਟੀ ਦਾ ਬੱਚਿਓ ਹੋਲੀ ਗ੍ਰੰਥ ਹੈ, ਧਾਰਮਿਕ ਗ੍ਰੰਥ ਹੈ। ਸੋ ਗਾਂਧੀ ਜੀ ਨੇ ਇਸ ਨੂੰ ਵੀ ਐਨਾਲਿਸਿਸ ਕੀਤਾ, ਪੜ੍ਹਿਆ ਤੇ ਵਿਚਾਰਿਆ ਔਰ ਕੁਰਾਨ ਸ਼ਰੀਫ ਦੇ ਪੜ੍ਹਨ ਤੋਂ ਬਾਅਦ ਗਾਂਧੀ ਜੀ ਇਸ ਰਿਜ਼ਲਟ ਤੇ ਪਹੁੰਚੇ ਕਿ ਹਰ ਧਾਰਮਿਕ ਗ੍ਰੰਥ ਜਿਹੜਾ ਹੈ ਇੱਕ ਹੀ ਪਾਠ ਪੜਾਉਂਦਾ ਹੈ। ਕਿਸ ਦਾ ਪਾਠ ਪੜਾਉਂਦਾ ਹੈ? ਉਹਨਾਂ ਮਹਿਸੂਸ ਕੀਤਾ ਕਿ ਸੱਚ, ਅਹਿੰਸਾ ਤੇ ਆਪਸੀ ਸਹਿਯੋਗ, ਸਾਰੇ ਹੀ ਗ੍ਰੰਥ ਇਹ ਹੀ ਮੈਸੇਜ ਦਿੰਦੇ ਹਨ। ਸੋ ਜਦੋਂ ਉਹਨਾਂ ਨੇ ਕੁਰਾਨ ਦੇ ਐਨਾਲਿਸਿਸ ਕੀਤਾ ਤੇ ਉਹਦੇ ਤੇ ਪਹੁੰਚੇ ਕਿ ਗਾਂਧੀ ਜੀ ਦੇ ਅਧਿਐਨ ਕੀਤਾ ਤੇ ਉਹਨਾਂ ਮਹਿਸੂਸ ਕੀਤਾ ਕਿ ਇਸਲਾਮ ਧਰਮ ਵੀ ਸੱਚ, ਅਹਿੰਸਾ ਅਤੇ ਆਪਸੀ ਸਹਿਯੋਗ ਵਿੱਚ ਹੀ ਵਿਸ਼ਵਾਸ ਰੱਖਣਾ ਸਿਖਾਉਂਦਾ ਹੈ। ਸੋ ਇਸ ਤਰ੍ਹਾਂ ਸਟੂਡੈਂਟਸ ਇੰਨੇ ਗ੍ਰੰਥਾਂ ਦੇ ਅਧਿਐਨ ਤੋਂ ਬਾਅਦ ਗਾਂਧੀ ਜੀ ਸੱਚ ਤੇ ਦ੍ਰਿੜ ਹੋ ਗਏ, ਅਹਿੰਸਾਵਾਦੀ ਹੋ ਗਏ। ਅਹਿੰਸਾਵਾਦੀ ਮੀਨਸ ਕਿਸੇ ਨੂੰ ਕੋਈ ਕਸ਼ਟ ਨਹੀਂ ਪਹੁੰਚਾਉਣਾ, ਕਿਸੇ ਲਈ ਬੁਰਾ ਨਹੀਂ ਸੋਚਣਾ, ਬੁਰਾ ਨਹੀਂ ਵਿਚਾਰਨਾ ਕਿਸੇ ਲਈ। ਅਹਿੰਸਾਵਾਦੀ ਹੋ ਗਏ ਤੇ ਉਹਨਾਂ ਕਿਹਾ ਆਪਸੀ ਸਹਿਯੋਗ ਦੇ ਵਿੱਚ ਉਹ ਦ੍ਰਿੜ ਹੋ ਗਏ। ਸੋ ਸਟੂਡੈਂਟਸ ਇਸ ਤਰ੍ਹਾਂ ਇਹ ਅਸੀਂ 4 ਗ੍ਰੰਥ ਕੀਤੇ ਹਨ ਜਿਹਦੇ ਵਿੱਚ ਗਾਂਧੀ ਜੀ ਦੀ ਪਰਸਨੈਲਿਟੀ ਤੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ। ਫਾਰ ਦਾ ਇੰਗਲਿਸ਼ ਮੀਡੀਅਮ ਸਟੂਡੈਂਟਸ ਆਲਸੋ, ਹੋਲੀ ਬੁੱਕ ਆਫ ਦਾ ਮੁਸਲਿਮ ਕੁਰਾਨ ਇਨਫਲੂਐਂਸਡ ਗਾਂਧੀजी's ਆਈਡੀਆਜ਼ ਐਂਡ ਹੀ ਬਿਲੀਵਡ that religion is, ਧਰਮ ਕੀ ਹੈ? ਪਿਆਰ ਹੈ, ਸੱਚ ਹੈ, ਟਰੁੱਥ ਹੈ ਐਂਡ ਨॉन ਵਾਇਲੈਂਸ ਐਂਡ ਮਿਊਚੁਅਲ ਕੋਆਪਰੇਸ਼ਨ। ਜਿਹੜਾ ਧਰਮ ਦੀਆਂ ਵੈਲਿਊਜ਼ ਹਨ ਉਹ ਸੱਚ ਤੇ, ਅਹਿੰਸਾ ਤੇ, ਪਿਆਰ ਤੇ ਆਪਸੀ ਮਿਲਵਰਤਨ ਤੇ ਖੜੀਆਂ ਹਨ। ਸੋ ਗਾਂਧੀ ਜੀ ਤੇ ਇਹਨਾਂ ਸਾਰੇ ਗ੍ਰੰਥਾਂ ਦਾ ਬਹੁਤ ਵੱਡਾ ਇੰਪੈਕਟ ਪਿਆ। ਸਟੂਡੈਂਟਸ ਤੁਹਾਨੂੰ ਇੱਥੇ ਫੁੱਲ ਫਲੈਜਡ ਕੁਐਸਚਨ ਵੀ ਆ ਸਕਦਾ ਹੈ ਕਿ ਗਾਂਧੀ ਜੀ ਨੂੰ ਪ੍ਰਭਾਵਿਤ ਕਰਨ ਵਾਲੇ ਗ੍ਰੰਥਾਂ ਦਾ ਵਰਣਨ ਕਰੋ। ਇੱਥੇ 4 ਨੰਬਰ ਦਾ ਕੁਐਸਚਨ ਵੀ ਆ ਸਕਦਾ ਹੈ ਔਰ ਜੇ ਅਲੱਗ-ਅਲੱਗ ਪੁੱਛਿਆ ਜਾਏ ਤਾਂ 2-2 ਨੰਬਰ ਦੇ ਕੁਐਸਚਨ ਵੀ ਤੁਹਾਨੂੰ ਆ ਸਕਦੇ ਹਾਂ। ਅੱਗੇ ਵਧਦੇ ਹਾਂ। ਹੁਣ ਅਸੀਂ ਅੱਗੇ ਵਧ ਰਹੇ ਹਾਂ ਕਿ ਕਿਹੜੇ-ਕਿਹੜੇ ਵਿਦਵਾਨਾਂ ਨੇ ਗਾਂਧੀ ਜੀ ਨੂੰ ਪ੍ਰਭਾਵਿਤ ਕੀਤਾ। ਇਨਫਲੂਐਂਸ ਆਫ ਜੌਨ ਰਸਕਨ, ਜੌਨ ਰਸਕਨ ਦਾ ਪ੍ਰਭਾਵ। Gandhi's view on economy are based on John Ruskin's book Unto This Last। Students ਇਸ book ਦਾ ਨਾਮ ਯਾਦ ਰੱਖ ਲਿਓ ਇੰਝ ਹੀ, Unto This Last। ਜੌਨ ਰਸਕਨ ਦੇ book Unto This Last ਨੇ ਗਾਂਧੀ ਜੀ ਦੇ ਆਰਥਿਕ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ। ਇਹ book ਪੜ੍ਹਨ ਤੋਂ ਬਾਅਦ ਗਾਂਧੀ ਜੀ ਨੂੰ ਸਮਝ ਆਈ, ਉਹਨਾਂ ਨੂੰ ਉਹ ਪ੍ਰਭਾਵਿਤ ਹੋਏ ਕਿ ਸਾਰੇ ਹੀ ਕਿੱਤੇ, ਪ੍ਰੋਫੈਸ਼ਨ ਜਿਹੜੇ ਹਨ ਉਹ ਇਕੁਅਲ ਹਨ, ਰਿਸਪੈਕਟਡ ਹਨ। ਇਹ ਨਹੀਂ ਹੈ ਕਿ ਕੋਈ ਡਾਕਟਰ ਹੈ ਤੇ ਉਹਦੀ ਜ਼ਿਆਦਾ ਰਿਸਪੈਕਟ ਹੈ ਪਰ ਜਿਹੜਾ ਹੱਥੀਂ ਕਿਰਤ ਕਰਦਾ ਹੈ ਤੇ ਉਹਦੀ ਰਿਸਪੈਕਟ ਨਹੀਂ ਕਰਨੀ। ਉਹਨਾਂ ਨੇ ਹਰ ਕਿੱਤੇ ਨੂੰ ਇਕੁਅਲ ਰਿਸਪੈਕਟ ਦਿੱਤੀ ਕਿਉਂਕਿ ਜੌਨ ਰਸਕਨ ਜੀ ਨੇ ਕਿਹਾ ਸੀ ਕਿ ਮੈਨੂਅਲ ਆਕੂਪੇਸ਼ਨ ਇਜ਼ ਐਜ਼ ਵੈਲਿਊਏਬਲ, ਉਨੀ ਹੀ ਕੀਮਤੀ ਹੈ ਐਜ਼ ਇੰਟੈਲੈਕਚੁਅਲ ਵਨ। ਹੱਥੀਂ ਕੰਮ ਕਰਨਾ ਵੀ ਉਨਾ ਹੀ ਸਤਿਕਾਰਯੋਗ ਹੈ ਜਿੰਨਾ ਕਿ ਦਿਮਾਗੀ ਕੰਮ ਹੈ। ਸੋ ਜੌਨ ਰਸਕਨ ਦੇ ਇਹਨਾਂ ਵਿਚਾਰਾਂ ਤੋਂ ਗਾਂਧੀ ਜੀ ਬਹੁਤ ਪ੍ਰਭਾਵਿਤ ਹੋਏ। ਪੰਜਾਬੀ ਵਾਸ ਜੌਨ ਰਸਕਨ ਦੀ ਕਿਤਾਬ ਅੰਟੂ ਦਿਸ ਲਾਸਟ ਨੇ ਗਾਂਧੀ ਜੀ ਦੇ ਆਰਥਿਕ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ ਐਂਡ ਸਮੁੱਚੇ ਸਮਾਜ ਦੀ ਭਲਾਈ, ਚੰਗੀ ਅਰਥ ਵਿਵਸਥਾ ਦਾ ਗੁਣ ਹੈ। ਰਸਕਨ ਜੀ ਦੇ ਵਿਚਾਰ ਕਿ ਸਾਰੇ ਕਿੱਤੇ ਸਮਾਨ ਹਨ ਤੇ ਗਾਂਧੀ ਜੀ ਨੇ ਉਸ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਹੱਥੀਂ ਕਿਰਤ ਨੂੰ
ਗਾਂਧੀ ਜੀ ਨੇ ਬਹੁਤ ਚੰਗਾ ਸਮਝਿਆ ਔਰ ਕਿਰਤੀਆਂ ਨੂੰ ਉਹਨਾਂ ਨੇ ਸਪੈਸ਼ਲ ਰਿਸਪੈਕਟ ਦਿੱਤੀ। ਇਹ ਸਾਰਾ ਅਸਰ ਕਿੱਦਾਂ ਸੀ? ਜੌਨ ਰਸਕਨ ਜੀ ਦਾ, ਉਹਨਾਂ ਦੀ ਬੁੱਕ ਦਾ ਅਸਰ ਸੀ ਅਨਟੂ ਦਿਸ ਲਾਸਟ। ਸੋ ਆਈ ਹੋਪ ਕਿ ਬੱਚਿਓ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅੱਗੇ ਵਧਦੇ ਹਾਂ। ਅਗਲੇ ਵਿਦਵਾਨ ਕਿਹੜੇ ਹਨ? ਹੈਨਰੀ ਡੇਵਿਡ ਥੋਰੇ ਦਾ ਪ੍ਰਭਾਵ, ਇਨਫਲੂਐਂਸ ਆਫ ਹੈਨਰੀ ਡੇਵਿਡ ਥੋਰੇ। ਹੈਨਰੀ ਡੇਵਿਡ ਥੋਰੇ ਬੱਚਿਓ ਇੱਕ ਅਮਰੀਕਨ ਸਕਾਲਰ ਸੀਗੇ ਤੇ ਉਹਨਾਂ ਦਾ ਐਸੇ, ਉਹਨਾਂ ਦਾ ਲੇਖ ਹੈ ਐਸੇ ਔਨ ਸਿਵਲ ਡਿਸਓਬੀਡੀਐਂਸ। ਡੇਵਿਡ ਥੋਰੇ ਇੱਕ ਅਮਰੀਕਨ ਵਿਦਵਾਨ ਨੇ, ਉਹਨਾਂ ਦਾ ਐਸੇ ਸਿਵਲ ਨਾ ਫਰਮਾਨੀ ਨੂੰ ਗਾਂਧੀ ਜੀ ਨੇ ਇਸ ਤੋਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਇਹਨਾਂ ਦਾ ਪ੍ਰਭਾਵ ਜਿਹੜਾ ਹੈ, ਜੋ ਸਿਵਲ ਨਾ ਫਰਮਾਨੀ ਦਾ ਪ੍ਰਭਾਵ ਹੈ ਬੱਚਿਓ, ਗਾਂਧੀ ਜੀ ਦੇ ਉੱਤੇ ਸਾਨੂੰ ਸਪਸ਼ਟ ਦਿਖਾਈ ਦਿੰਦਾ ਹੈ ਕਿਉਂਕਿ ਗਾਂਧੀ ਜੀ ਨੇ ਜਿਹੜਾ ਸੱਤਿਆਗ੍ਰਹਿ ਅੰਦੋਲਨ ਚਲਾਇਆ ਸੀ ਉਹ ਇਹਨਾਂ ਵਿਚਾਰਾਂ ਦੇ ਲੇਖ ਦੇ ਆਧਾਰਿਤ ਹੀ ਉਹਨਾਂ ਨੇ ਚਲਾਇਆ ਸੀ। ਮਤਲਬ ਉਹ ਇੰਨੇ ਜ਼ਿਆਦਾ ਇਨਫਲੂਐਂਸਡ ਹੋਏ ਕਿ ਇਹ ਵਿਚਾਰ, ਇਹ ਐਸੇ ਪੜ੍ਹਨ ਤੋਂ ਬਾਅਦ ਉਹਨਾਂ ਨੇ ਇਹਨੂੰ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਐਪਲੀਕੇਬਲ ਕੀਤਾ ਤੇ ਸਾਡੇ ਦੇਸ਼ ਦੀ ਆਜ਼ਾਦੀ ਲਈ ਉਹਨਾਂ ਨੇ ਸੱਤਿਆਗ੍ਰਹਿ ਅੰਦੋਲਨ ਚਲਾਇਆ। ਸੋ ਆਈ ਹੋਪ ਕਿ ਹੈਨਰੀ ਡੇਵਿਡ ਥੋਰੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ, ਤੁਹਾਨੂੰ ਬੱਚਿਓ ਸਮਝ ਆ ਗਿਆ ਹੋਵੇਗਾ। ਇਹਦੇ ਤੇ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ 2 ਨੰਬਰ ਦਾ। ਨਾਮ, ਬੁੱਕ ਦਾ ਨਾਮ, ਐਸੇ ਦਾ ਨਾਮ ਯਾਦ ਰੱਖ ਲੈਣਾ ਔਰ ਸਕਾਲਰ ਦਾ ਨਾਮ ਵੀ ਬੱਚਿਓ ਧਿਆਨ 'ਚ ਰੱਖ ਲਿਓ। ਨੈਕਸਟ ਹੈ ਇਨਫਲੂਐਂਸ ਆਫ ਟਾਲਸਟਾਏ। ਟਾਲਸਟਾਏ ਦਾ ਪ੍ਰਭਾਵ। ਸਟੂਡੈਂਟਸ, ਟਾਲਸਟਾਏ ਬੜੇ ਹੀ ਫੇਮਸ ਰਸ਼ੀਅਨ ਸਾਹਿਤਕਾਰ ਹੋਏ ਹਨ। ਅਸੀਂ ਵੀ ਬਚਪਨ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਸੀ ਬਹੁਤ ਹੀ ਅੱਛੀਆਂ ਤੇ ਸਿੱਖਿਆਦਾਇਕ ਹੁੰਦੀਆਂ ਸੀ, ਪੜ੍ਹਦੇ ਸੀਗੇ। ਸੋ ਟਾਲਸਟਾਏ ਫੇਮਸ ਰਸ਼ੀਅਨ ਸਕਾਲਰ ਨੇ, ਰੂਸ ਦੇ ਵਿਦਵਾਨ ਨੇ। ਉਹਨਾਂ ਦੀ ਕਿਤਾਬ ਕਿੰਗਡਮ ਆਫ ਗॉड ਇਜ਼ ਵਿਦ ਯੂ, ਪਰਮਾਤਮਾ ਤੁਹਾਡੇ ਦਿਲ ਵਿੱਚ ਹੈ ਜਾਂ ਪਰਮਾਤਮਾ ਦੀ ਰਾਜਧਾਨੀ ਤੁਹਾਡੇ ਦਿਲ ਵਿੱਚ ਹੈ। ਜਦੋਂ ਗਾਂਧੀ ਜੀ ਨੇ ਉਹਨਾਂ ਦੀ ਇਹ ਬੁੱਕ ਪੜ੍ਹੀ ਤਾਂ ਗਾਂਧੀ ਜੀ ਹੋਰ ਧਾਰਮਿਕ ਬਿਰਤੀ ਦੇ ਹੋ ਗਏ। ਗਾਂਧੀ ਜੀ ਨੇ ਲਿਖਿਆ ਹੈ ਕਿ ਜਿਹੜੇ 3 ਮਾਡਰਨ ਸਕਾਲਰਸ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਵਿੱਚ ਟਾਲਸਟਾਏ ਵੀ ਇੱਕ ਹਨ ਤੇ ਮੈਂ ਜਦੋਂ ਇਹਨਾਂ ਦੇ ਵਿਚਾਰ ਪੜ੍ਹੇ ਤਾਂ ਇਹਨਾਂ ਨੇ ਮੇਰੇ ਤੇ ਬਹੁਤ ਹੀ ਜ਼ਿਆਦਾ ਧਾਰਮਿਕ ਪ੍ਰਭਾਵ ਜਿਹੜੇ ਹਨ ਉਹ ਪਾਏ। ਸੋ ਜਦੋਂ ਗਾਂਧੀ ਜੀ ਨੇ ਇਹਨਾਂ ਦੀ ਬੁੱਕ ਪੜ੍ਹੀ, ਟਾਲਸਟਾਏ ਜੀ ਨੇ ਲਿਖਿਆ ਹੈ ਕਿ ਕੋਈ ਵੀ ਮੁਸੀਬਤ ਆ ਜੇ, ਕੋਈ ਵੀ ਸੋਸ਼ਲ, ਇਕਨੋਮਿਕ ਜਾਂ ਪੋਲੀਟੀਕਲ ਪ੍ਰੋਬਲਮ ਹੈ ਤੇ ਉਸ ਦਾ ਹੱਲ ਪਿਆਰ ਦੇ ਨਾਲ ਕੀਤਾ ਜਾ ਸਕਦਾ ਹੈ। ਸੋ ਗਾਂਧੀ ਜੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ। ਟਾਲਸਟਾਏ ਪ੍ਰਸਿੱਧ ਰੂਸੀ ਵਿਦਵਾਨ ਸੀ। ਉਹਨਾਂ ਦੀ ਕਿਤਾਬ ਕਿੰਗਡਮ ਆਫ ਗॉड ਇਜ਼ ਇਨ ਵਿਦ ਯੂ, ਪਰਮਾਤਮਾ ਦਾ ਜਿਹੜਾ ਘਰ ਹੈ, ਪਰਮਾਤਮਾ ਦੀ ਰਾਜਧਾਨੀ ਹਰ ਇੱਕ ਦੇ ਦਿਲਾਂ ਵਿੱਚ ਹੈ, ਗਾਂਧੀ ਜੀ ਦੇ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਟਾਲਸਟਾਏ ਦਾ ਵਿਚਾਰ ਸੀ ਕਿ ਹਰ ਸਮੱਸਿਆ ਨੂੰ ਕਿਸ ਨਾਲ ਹੱਲ ਕੀਤਾ ਜਾ ਸਕਦਾ ਹੈ? ਪਿਆਰ ਨਾਲ ਹੱਲ ਕੀਤਾ ਜਾ ਸਕਦਾ ਹੈ। ਗਾਂਧੀ ਜੀ ਤੇ ਬਹੁਤ ਹੀ ਜ਼ਿਆਦਾ ਉਹਨਾਂ ਦਾ ਪ੍ਰਭਾਵ ਪਿਆ। ਸੋ ਆਈ ਹੋਪ ਕਿ ਬੱਚਿਓ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅੱਗੇ ਵਧਦੇ ਹਾਂ। ਇਨਫਲੂਐਂਸ ਆਫ ਗੋਪਾਲ ਕ੍ਰਿਸ਼ਨ ਗੋਖਲੇ। ਗੋਪਾਲ ਕ੍ਰਿਸ਼ਨ ਗੋਖਲੇ ਬਹੁਤ ਹੀ ਸਾਡੇ ਦੇਸ਼ ਵਿੱਚ ਬੱਚਿਓ ਹਰਮਨ ਪਿਆਰੇ ਹੋਏ ਹਨ, ਆਜ਼ਾਦੀ ਘੁਲਾਟੀਏ ਰਹੇ ਹਨ ਇਹ ਵੀ, ਔਰ ਇਹਨਾਂ ਨੇ ਵੀ ਗਾਂਧੀ ਜੀ ਦੇ ਉੱਤੇ ਬਹੁਤ ਪ੍ਰਭਾਵ ਪਾਇਆ ਹੈ। ਗਾਂਧੀ ਜੀ ਨੇ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਿਆ ਹੈ। ਸਟੂਡੈਂਟਸ ਇਹ ਯਾਦ ਰੱਖ ਲੈਣਾ, ਕਿਹਨਾਂ ਨੂੰ ਰਾਜਨੀਤਿਕ ਗੁਰੂ ਮੰਨਿਆ ਹੈ? ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੂੰ। ਸੋ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਜੀ ਇੱਕ ਬਹੁਤ ਹੀ ਉਦਾਰਵਾਦੀ, ਲੋਕਤੰਤਰੀ ਵਿਚਾਰਕ ਸਨ ਔਰ ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਪ੍ਰਭਾਵ ਵਿੱਚ ਗਾਂਧੀ ਜੀ ਨੇ ਕੀ ਸਿੱਖਿਆ? ਸਹਿਨਸ਼ੀਲਤਾ, ਅਹਿੰਸਾ ਅਤੇ ਧਰਮ ਬਾਰੇ ਸਿੱਖਿਆ। ਔਰ ਗਾਂਧੀ ਜੀ ਨੇ ਉਹਨਾਂ ਤੋਂ ਇਨਫਲੂਐਂਸ ਲਿਆ ਤੇ ਗਾਂਧੀ ਜੀ ਨੇ ਵਿਚਾਰ ਦਿੱਤੇ ਕਿ ਧਰਮ ਤੇ ਰਾਜਨੀਤੀ ਵਿੱਚ ਬਹੁਤ ਗੂੜਾ ਸੰਬੰਧ ਹੈ। ਉਹਨਾਂ ਨੇ ਧਰਮ ਤੇ ਰਾਜਨੀਤੀ ਵਿੱਚ ਗਾਂਧੀ ਜੀ ਨੇ ਮੰਨਿਆ, ਗਾਂਧੀ ਜੀ ਕਹਿੰਦੇ ਹਨ ਕਿ ਹਰ ਉਹ ਵਿਅਕਤੀ ਜਿਹੜਾ ਮੈਨੂੰ ਬਾਹਰੋਂ ਧਾਰਮਿਕ ਨਜ਼ਰ ਆਉਂਦਾ ਹੈ ਉਹਦੇ ਵਿੱਚ ਰਾਜਨੀਤੀ ਜਿਹੜੀ ਹੈ ਉਹ ਛੁਪੀ ਹੁੰਦੀ ਹੈ, ਔਰ ਜੇ ਇੱਕ ਵਿਅਕਤੀ ਰਾਜਨੀਤੀਵਾਨ ਹੋਣ ਦੇ ਨਾਲ ਨਾਲ ਧਾਰਮਿਕ ਵੀ ਹੋਏਗਾ ਤਾਂ ਉਸ ਸਮਾਜ ਕਲਿਆਣ ਦੇ ਕੰਮ ਜਿਹੜੇ ਹਨ ਉਹ ਜ਼ਿਆਦਾ ਕਰ ਸਕਦਾ ਹੈ। ਸੋ ਗਾਂਧੀ ਜੀ ਨੇ ਇਸ ਨੂੰ ਵੀ ਆਪਣੀ ਲਾਈਫ ਦੇ ਵਿੱਚ ਅਪਣਾਇਆ। ਸੋ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੂੰ ਗਾਂਧੀ ਜੀ ਨੇ ਆਪਣਾ ਰਾਜਨੀਤਿਕ ਗੁਰੂ ਕਿਹਾ ਹੈ ਔਰ ਉਹਨਾਂ ਤੋਂ ਕੀ ਕੀ ਸਿੱਖਿਆ ਹੈ? ਸਹਿਨਸ਼ੀਲਤਾ, ਅਹਿੰਸਾ ਅਤੇ ਉਹਨਾਂ ਦੇ ਵਿਚਾਰ ਧਰਮ ਤੇ ਰਾਜਨੀਤੀ ਵਿੱਚ ਗੂੜੇ ਸੰਬੰਧ ਹਨ। ਗਾਂਧੀ ਜੀ ਨੇ ਆਪਣੀ ਲਾਈਫ ਵਿੱਚ ਬੱਚਿਓ ਇਹ ਵਿਚਾਰ ਅਪਣਾਏ ਹਨ। So for the English medium students, Gopal Krishan Gokhale is political guru of Gandhi ji. He was a liberalist. कौन liberalist सी?
ਗੋਪਾਲ ਕ੍ਰਿਸ਼ਨ ਗੋਖਲੇ ਜੀ ਐਂਡ ਹਿਸ ਟੀਚਿੰਗਸ ਪੋਲੀਟੀਕਲ ਟੋਲਰੇਸ਼ਨ, ਸਹਿਨਸ਼ੀਲਤਾ, ਨॉन ਵਾਇਲੈਂਸ ਐਂਡ ਕਲੋਜ਼ ਰਿਲੇਸ਼ਨਸ਼ਿਪ ਬਿਟਵੀਨ ਪੋਲਿਟਿਕਸ ਐਂਡ ਰਿਲੀਜਨ ਇਨਫਲੂਐਂਸਡ ਦਾ ਗਾਂਧੀ ਜੀ। ਆਈ ਹੋਪ ਕਿ ਬੱਚਿਓ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਤੁਹਾਨੂੰ ਕੁਐਸਚਨ ਆ ਸਕਦਾ, ਆਬਜੈਕਟਿਵ ਟਾਈਪ ਵਿੱਚ ਵੀ ਆ ਸਕਦਾ ਹੈ ਕਿ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸਨ, ਤੇ ਤੁਸੀਂ ਆਨਸਰ ਲਿਖ ਸਕਦੇ ਹੋ। ਔਰ 2 ਨੰਬਰ ਦਾ ਕੁਐਸਚਨ ਵੀ ਇਹਦੇ ਤੇ ਆ ਸਕਦਾ ਹੈ। ਅੱਗੇ ਵਧਦੇ ਹਾਂ। ਇਨਫਲੂਐਂਸ ਆਫ ਬਾਲ ਗੰਗਾਧਰ ਤਿਲਕ। ਬਾਲ ਗੰਗਾਧਰ ਤਿਲਕ ਦਾ ਪ੍ਰਭਾਵ, ਗਾਂਧੀ ਜੀ ਦੇ ਪ੍ਰਭਾਵ ਹੇਠ ਗਾਂਧੀ ਜੀ ਬਾਲ ਗੰਗਾਧਰ ਤਿਲਕ ਦੇ ਪ੍ਰਭਾਵ ਹੇਠ ਵੀ ਬੱਚਿਓ ਆਏ। ਬੇਸ਼ੱਕ ਇਹਨਾਂ ਦੇ ਆਜ਼ਾਦੀ ਲਈ ਸੰਘਰਸ਼ ਦੇ ਤਰੀਕੇ ਜਿਹੜੇ ਸੀ ਉਹ ਬਿਲਕੁਲ ਅਲੱਗ-ਅਲੱਗ ਸਨ। ਗਾਂਧੀ ਜੀ ਪੂਰੀ ਤਰ੍ਹਾਂ ਨਰਮ ਖਿਆਲੀ ਸਨ ਤੇ ਬਾਲ ਗੰਗਾਧਰ ਤਿਲਕ ਜਿਹੜੇ ਸੀ ਉਹ ਗਰਮ ਖਿਆਲੀ ਆਉਂਦੇ ਸਨ। ਪਰ ਫਿਰ ਵੀ ਬਾਲ ਗੰਗਾਧਰ ਤਿਲਕ ਜੀ ਨੇ ਗਾਂਧੀ ਜੀ ਦੀ ਪਰਸਨੈਲਿਟੀ ਤੇ ਪ੍ਰਭਾਵ ਪਾਇਆ। ਕਿਸ ਤਰ੍ਹਾਂ ਪ੍ਰਭਾਵ ਪਾਇਆ? ਦੇਖੋ, ਤਿਲਕ ਜੀ ਤੋਂ ਸਵੈ-ਰਾਜ ਦਾ ਸਿਧਾਂਤ ਸਿੱਖਿਆ। ਗਾਂਧੀ ਜੀ ਸਵੈ-ਰਾਜ ਬਾਰੇ ਆਪਣਾ ਬਹੁਤ ਜ਼ਿਆਦਾ ਬਿਆਨ ਕਰਦੇ ਹਨ ਤੇ ਉਹ ਸਵੈ-ਰਾਜ ਦਾ ਸਿਧਾਂਤ ਜਿਹੜਾ ਸੀ ਉਹ ਕਿਤੇ ਕੋਲੋਂ ਉਹਨਾਂ ਨੂੰ ਪਤਾ ਲੱਗਾ ਸੀ, ਉਹ ਬਾਲ ਗੰਗਾਧਰ ਤਿਲਕ ਤੋਂ ਉਹਨਾਂ ਨੇ ਸਿੱਖਿਆ। ਤੇ ਇਹਦੇ ਪ੍ਰਭਾਵ ਹੇਠ ਗਾਂਧੀ ਜੀ ਨੇ ਕਿਹਾ, ਜਦੋਂ ਉਹਨਾਂ ਨੇ ਭਾਰਤ ਦੀ ਆਜ਼ਾਦੀ ਲਈ ਅੰਦੋਲਨ ਚਲਾਇਆ ਤੇ ਉਹਨਾਂ ਨੇ ਇੱਕ ਨੈਸ਼ਨਲ ਮੂਵਮੈਂਟ ਚਲਾਤੀ, ਜਿਹਦੇ 'ਚ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਸਵਦੇਸ਼ੀ ਵਸਤੂਆਂ, ਲੋਕਲ ਮੇਡ ਥਿੰਗਸ, ਜਿਹੜੀਆਂ ਭਾਰਤ ਦੀਆਂ ਬਣੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਵਰਤਣਾ ਹੈ ਤੇ ਜਿਹੜੀਆਂ ਵਿਦੇਸ਼ੀ ਆ ਫੋਰਨ ਗੁੱਡਸ ਹਨ ਉਹਨਾਂ ਦਾ ਸੋਸ਼ਲੀ ਬਾਈਕਾਟ ਕਰੋ। ਨੈਚੁਰਲੀ ਬੜਾ ਹੀ ਵਧੀਆ ਅੰਦੋਲਨ ਸੀ। ਜਦੋਂ ਲੋਕ ਉਹਨਾਂ ਦੀਆਂ ਮੰਡੀਆਂ 'ਚੋਂ ਬਾਹਰਲੀਆਂ ਬੜੀਆਂ ਚੀਜ਼ਾਂ ਹੀ ਨਹੀਂ ਖਰੀਦਣਗੇ ਤਾਂ ਇਹ ਇੱਕ ਉਹਨਾਂ ਨੂੰ ਸਿੱਧਾ ਮੈਸੇਜ ਜਾਂਦਾ ਸੀ ਕਿ ਉਹ ਆਪਣੇ ਦੇਸ਼ ਵਿੱਚ ਵਾਪਸ ਚਲੇ ਜਾਣ। ਸੋ ਸਟੂਡੈਂਟਸ, ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਅਸਹਿਯੋਗ ਨਾਨ ਕੋਆਪਰੇਸ਼ਨ ਮੂਵਮੈਂਟ ਸੀ ਉਹ ਵੀ ਬਾਲ ਗੰਗਾਧਰ ਤਿਲਕ ਦੇ ਤੋਂ ਇਨਫਲੂਐਂਸਡ ਹੋਏ ਸੀ। ਐਂਡ ਰਾਸ਼ਟਰੀ ਸਿੱਖਿਆ, ਇਹਨਾਂ ਸਾਰੀਆਂ ਨੂੰ ਗਾਂਧੀ ਜੀ ਨੇ ਨੈਸ਼ਨਲ ਮੂਵਮੈਂਟ ਜਿਹੜਾ ਸੀ ਉਹ ਬਣਾਇਆ। ਸੋ ਬਾਲ ਗੰਗਾਧਰ ਤਿਲਕ ਜੀ ਨੇ ਵੀ ਗਾਂਧੀ ਜੀ ਦੀ ਪਰਸਨੈਲਿਟੀ ਨੂੰ ਅਫੈਕਟਡ ਕੀਤਾ, ਇਨਫਲੂਐਂਸਡ ਕੀਤਾ, ਪ੍ਰਭਾਵਿਤ ਕੀਤਾ ਤੇ ਉਹਨਾਂ ਦੇ ਸਿਧਾਂਤ ਨੂੰ ਗਾਂਧੀ ਜੀ ਨੇ ਪ੍ਰੈਕਟੀਕਲ ਲਾਈਫ ਦੇ ਵਿੱਚ ਲੈ ਕੇ ਤੇ ਬੱਚਿਓ ਉਹ ਅੰਦੋਲਨ ਸ਼ੁਰੂ ਕੀਤਾ। ਸੋ ਸਟੂਡੈਂਟਸ, ਜਿਹੜਾ ਪ੍ਰਭਾਵ ਹੈ ਉਹ ਉਂਝ ਲਿਖਤੀ ਵਿੱਚ ਹੀ ਕਬੂਲ ਨਹੀਂ ਉਹਨਾਂ ਨੇ ਕੀਤਾ, ਬਲਕਿ ਉਹਨਾਂ ਨੂੰ ਪੂਰਾ ਪ੍ਰੈਕਟੀਕਲੀ ਐਪਲੀਕੇਬਲ ਕਰਕੇ ਤੇ ਉਹਦੇ ਤੇ ਅੰਦੋਲਨ ਵੀ ਕੀਤੇ। ਸੋ ਸਟੂਡੈਂਟਸ, ਅਸੀਂ ਕੀ ਪੜ੍ਹਿਆ ਹੈ ਕਿ ਗਾਂਧੀ ਜੀ ਨੂੰ ਕਿਹੜੇ-ਕਿਹੜੇ ਵਿਦਵਾਨਾਂ ਤੇ ਗ੍ਰੰਥਾਂ ਨੇ ਪ੍ਰਭਾਵਿਤ ਕੀਤਾ। ਪਹਿਲਾਂ ਅਸੀਂ ਬੱਚਿਓ 4 ਗ੍ਰੰਥ ਕੀਤੇ ਹਨ ਜਿਨ੍ਹਾਂ ਨੇ ਗਾਂਧੀ ਜੀ ਨੂੰ ਪ੍ਰਭਾਵਿਤ ਕੀਤਾ। ਉਹ ਕਿਹੜੇ-ਕਿਹੜੇ ਹਨ? ਸਭ ਤੋਂ ਪਹਿਲਾਂ ਭਗਵਤ ਗੀਤਾ ਦੇ ਪ੍ਰਭਾਵ ਹੇਠ ਗਾਂਧੀ ਜੀ ਕਰਮਯੋਗੀ ਬਣ ਗਏ, ਸੱਚ ਤੇ ਦ੍ਰਿੜ ਹੋ ਗਏ, ਨਿਡਰ ਹੋ ਗਏ, ਸੰਤੋਖੀ ਹੋ ਗਏ। ਫਿਰ ਉਹਨਾਂ ਨੇ ਜਦੋਂ ਜੈਨ ਤੇ ਬੁੱਧ ਧਰਮ ਦੇ ਅਧਿਐਨ ਕੀਤਾ ਤੇ ਉਹਦੇ ਵਿੱਚ ਉਹ ਅਹਿੰਸਾਵਾਦੀ ਬਣ ਗਏ। ਦੈਨ ਬਾਈਬਲ ਤੋਂ ਅਧਿਐਨ ਤੋਂ ਬਾਅਦ ਗਾਂਧੀ ਜੀ ਕੀ ਬਣ ਗਏ ਕਿ ਗਾਂਧੀ ਜੀ ਨੇ ਕਿਹਾ ਕਿ ਬੁਰੇ ਦਾ ਵੀ ਭਲਾ ਕਰੋ, ਜਿਹੜਾ ਤੁਹਾਡੇ ਨਾਲ ਨਫ਼ਰਤ ਕਰਦਾ ਉਹਨੂੰ ਪਿਆਰ ਦੇ ਨਾਲ ਜਿੱਤੋ ਔਰ ਕਿਸੇ ਦੇ ਨਾਲ ਬੁਰਾਈ ਨਹੀਂ ਕਰਨੀ। ਜੇ ਕੋਈ ਮਾੜਾ ਹੈ ਤੇ ਉਹਦੇ ਲਈ ਤੁਸੀਂ ਪ੍ਰਾਰਥਨਾ ਕਰਨੀ, ਤੁਹਾਨੂੰ ਸਰਾਫ ਦਿੰਦਾ ਹੈ ਤੇ ਉਹਦੇ ਲਈ ਪ੍ਰਾਰਥਨਾ ਕਰਨੀ, ਨਾ ਬੁਰਾ ਸੋਚਣਾ, ਨਾ ਬੁਰਾ ਸੁਣਨਾ ਤੇ ਨਾ ਹੀ ਬੁਰਾ ਬੋਲਣਾ ਹੈ, ਨਾ ਦੇਖਣਾ। ਸੋ ਗਾਂਧੀ ਜੀ ਇਹਨਾਂ ਵਿਚਾਰਾਂ ਤੇ ਦ੍ਰਿੜ ਹੋ ਕੇ ਆਪਣਾ ਉਹਨਾਂ ਨੇ ਵੇ ਆਫ ਲਾਈਫ ਇਸ ਤਰ੍ਹਾਂ ਦਾ ਬੱਚਿਓ ਬਣਾ ਲਿਆ। ਇਸੇ ਤਰ੍ਹਾਂ ਜਦੋਂ ਉਹਨਾਂ ਨੇ ਕੁਰਾਨ, ਮੁਸਲਿਮਸ ਦਾ ਹੋਲੀ ਗ੍ਰੰਥ, ਉਹਦਾ ਅਧਿਐਨ ਕੀਤਾ ਤੇ ਉਹਦੇ ਨਾਲ ਉਹਨਾਂ ਨੂੰ ਪਤਾ ਲੱਗਾ ਕਿ ਸਾਰੇ ਹੀ ਗ੍ਰੰਥ ਪਰਮਾਤਮਾ ਦੇ ਰਸਤੇ ਤੇ ਚੱਲਦੇ ਹਨ ਔਰ ਸਾਰੇ ਇੱਕ ਹੀ ਮੈਸੇਜ ਦੇ ਰਹੇ ਹਨ ਕਿ ਇਸ ਦਾ ਸੱਚ ਤੇ ਦ੍ਰਿੜ ਰਹੋ, ਅਹਿੰਸਾਵਾਦੀ ਹੋ, ਸਾਰਿਆਂ ਨਾਲ ਪਿਆਰ ਕਰੋ ਤੇ ਆਪਸੀ ਸਹਿਯੋਗ ਦੇ ਵਿੱਚ ਰਹੋ। ਸੋ ਇਸ ਤਰ੍ਹਾਂ ਇਹ 4 ਗ੍ਰੰਥ ਸੀ। ਇਸੇ ਤਰ੍ਹਾਂ ਹੀ ਅਸੀਂ 4-5 ਵਿਦਵਾਨ ਕੀਤੇ ਹਨ। ਟੋਲਸਟਾਏ ਦਾ ਪ੍ਰਭਾਵ ਉਹਨਾਂ ਤੇ ਬਹੁਤ ਜ਼ਿਆਦਾ ਤੇ ਉਹਨਾਂ ਦੀ ਧਾਰਮਿਕ ਬਿਰਤੀ 'ਚ ਹੋਰ ਚੇਂਜ ਆ ਗਈ। ਇਸੇ ਤਰ੍ਹਾਂ ਹੀ ਡੇਵਿਡ ਥੋਰੇ ਦਾ ਪ੍ਰਭਾਵ ਜਿਹੜਾ ਸੀ ਉਹਨਾਂ ਦੇ ਉੱਤੇ ਪਿਆ, ਜਿਹਦੇ ਵਿੱਚ ਉਹਨਾਂ ਨੇ ਗਾਂਧੀ ਜੀ ਦੇ ਇੱਕ ਟਰਨਿੰਗ ਪੁਆਇੰਟ ਉਹਨਾਂ ਦੀ ਲਾਈਫ ਦੇ ਵਿੱਚ ਆਇਆ। ਜੌਨ ਰਸਕਨ ਨੇ ਉਹਨਾਂ ਦੇ ਆਰਥਿਕ ਵਿਚਾਰ ਜਿਹੜੇ ਸੀ ਉਹਨਾਂ ਨੂੰ ਮੋੜਿਆ ਤੇ ਕਿਹਾ ਕਿ ਸਾਰੇ ਹੀ ਕਿੱਤੇ ਸਮਾਨ ਹਨ। ਇਸੇ ਤਰ੍ਹਾਂ ਬਾਲ ਗੰਗਾਧਰ ਤਿਲਕ ਜਿਹੜੇ ਹਨ ਉਹਨਾਂ ਦਾ ਪ੍ਰਭਾਵ ਜਿਹੜਾ ਹੈ ਉਹ ਵੀ ਸਾਨੂੰ ਸਵੈ-ਰਾਜ ਦੇ ਸਿਧਾਂਤ ਨੂੰ ਉਹਨਾਂ ਤੋਂ ਬਾਲ ਗੰਗਾਧਰ ਤਿਲਕ ਤੋਂ ਲਿਆ ਤੇ ਉਹਨੂੰ ਐਪਲੀਕੇਬਲ ਵੀ ਕੀਤਾ ਪ੍ਰੈਕਟੀਕਲੀ ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ। ਐਂਡ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਉਹਨਾਂ ਦੇ ਰਾਜਨੀਤਿਕ ਗੁਰੂ ਰਹੇ ਹਨ ਤੇ ਉਹਨਾਂ ਦੀ ਉਹ ਬਹੁਤ ਰਿਸਪੈਕਟ ਕਰਦੇ ਸੀ। ਸੋ ਉਹਨਾਂ ਨੇ ਵੀ ਗਾਂਧੀ ਜੀ ਦੇ ਪਰਸਨੈਲਿਟੀ ਤੇ ਪ੍ਰਭਾਵ ਪਾਇਆ। ਸੋ ਸਟੂਡੈਂਟਸ, ਇੱਥੇ ਤੁਹਾਨੂੰ 2 ਨੰਬਰ ਦੇ 4 ਨੰਬਰ ਦੇ ਕੁਐਸਚਨ ਆ ਸਕਦੇ ਹਨ।
ਤੇ ਆਬਜੈਕਟਿਵ ਟਾਈਪ 'ਚ ਵੀ ਪੁੱਛਿਆ ਜਾ ਸਕਦਾ ਹੈ। ਆਈ ਹੋਪ ਕਿ ਬੱਚਿਓ ਤੁਹਾਨੂੰ ਸਮਝ ਆ ਗਿਆ ਹੋਏਗਾ। ਥੈਂਕ ਯੂ ਵੈਰੀ ਮਚ। ਹੈਵ a nice day. Be focused on your studies.